ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਵਾਰ ਦੇ 14ਵੇਂ ਸ਼ਬਦ ਦੀ ਵਾਰੀ ਹੈ ਜੀ। ਸ਼ਲੋਕ ਮਹੱਲਾ ਪਹਿਲਾ। ਸਿੰਘਾਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਾ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾ। ਨਦੀਆਂ ਵਿੱਚ ਟਿੱਬੇ ਦਿਖਾਲੇ ਥੱਲੀ ਕਰੇ ਅਸਗਾ। ਕੀੜਾ ਥਾਪ ਦੇ ਪਾਸ਼ਾਹੀ ਲਸਕਰ ਕਰੇ ਸੁਆ। ਜੇਤੇ ਜੀ ਜੀਵੇ ਲੈ ਸਾਹਾ ਜਿਵਾਲੇ ਤੇ ਕਿਆਸਾ। ਨਾਨਕ ਜਿਉਂ ਜਿਉਂ ਸੱਚੇ ਪਾਵੇ ਤਿਉਂ ਤਿਉਂ ਦੇ ਗਰਾ। ਮਹੱਲਾ ਪਹਿਲਾ। ਇੱਕ ਮਾਸਾਹਾਰੀ ਇੱਕ ਤ੍ਰਿਣ ਖਾਏ ਇੱਕ ਨਾ ਛਤੀ ਅੰਮ੍ਰਿਤ ਪਾਏ। ਇੱਕ ਮਿਟਿਆ ਮੈਂ ਮਿਟਿਆ ਖਾਏ ਇੱਕ ਪੌਣ ਸਮਾਰੀ ਪੌਣ ਸਮਾਰ। ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨ ਕੋਏ। ਨਾਨਕ ਮੁੱਠੇ ਜਾਏ ਨਾਹੀ ਮਨ ਸੋਏ। ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਧਿਆਈਐ। ਦੂਜੀ ਕਾਰੇ ਲੱਗ ਜਨਮ ਗਵਾਈਐ ਵਿਣ ਨਾਵੇਂ ਸਭ ਵਿਸ ਭੇਜੇ ਖਾਈਐ। ਸੱਚਾ ਸ਼ਬਦ ਸਲਾਹ ਸੱਚ ਸਮਾਈਏ ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ। ਫਿਰ ਆਈਏ ਦੁਨੀਆ ਖੋਟੀ ਰਾਸ ਕੂੜ ਕਮਾਈਏ। ਨਾਨਕ ਸੱਚ ਖਰਾ ਸਲਾਹ ਪਤ ਸਿਉ ਜਾਈਏ ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ। ਫਿਰ ਆਈਏ ਦੁਨੀਆ ਖੋਟੀ ਰਾਸ ਕੂੜ ਕਮਾਈਐ। ਨਾਨਕ ਸੱਚ ਖਰਾ ਸਲਾਹ ਪਤ ਸਿਉ ਜਾਈਐ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਜੇ ਸਿਰਜਣਹਾਰ ਕਰਤਾ ਪੁਰਖ ਵਾਹਿਗੁਰੂ ਚਾਹੇ ਤੇ ਸ਼ੇਰਾਂ ਬਾਜਾਂ ਚਰਗਾਂ ਅਤੇ ਕੁਈਆਂ ਵਰਗੇ ਮਾਸਾਹਾਰੀ ਖਾਣ ਵਾਲੇ ਜਾਨਵਰਾਂ ਨੂੰ ਘਾਹ ਖਵਾ ਦੇਵੇ ਅਤੇ ਜੋ ਘਾਹ ਖਾਣ ਵਾਲੇ ਪਸ਼ੂ ਜਾਨਵਰ ਹਨ ਉਹਨਾਂ ਨੂੰ ਮਾਸ ਖਵਾ ਦੇਵੇ ਜੀ। ਅਤੇ ਮਨੁੱਖ ਨੂੰ ਇਹ ਜਿਵੇਂ ਚਾਹੇ ਉਸ ਰਾਹ 'ਤੇ ਤੋਰ ਦੇਵੇ ਜੀ। ਜੇ ਸਿਰਜਣਹਾਰ ਚਾਹੇ ਤੇ ਨਦੀਆਂ ਦੇ ਵਿੱਚ ਖੁਸ਼ਕ ਟਿੱਬੇ ਬਣਾ ਕੇ ਵਿਖਾ ਦੇਵੇ ਜੀ ਅਤੇ ਖੁਸ਼ਕ ਜ਼ਮੀਨ ਨੂੰ ਡੂੰਘਾ ਜਲ ਬਣਾ ਦੇਵੇ ਜੀ। ਉਹ ਪਰਮੇਸ਼ਰ ਚਾਹੇ ਤਾਂ ਉਹ ਕੰਗਾਲ ਨੂੰ ਥਾਪ ਕੇ ਪਾਤਸ਼ਾਹੀਆਂ ਦੇ ਦੇਵੇ ਜੀ ਅਤੇ ਉਹ ਫੌਜਾਂ ਨੂੰ ਸਵਾਹ ਨਸ਼ਟ ਕਰ ਦੇਵੇ। ਜਿਤਨੇ ਵੀ ਜੀਅ ਹਨ ਸਾਰੇ ਸਵਾਸ ਲੈ ਕੇ ਜੀਂਦੇ ਹਨ ਪਰ ਜੇ ਉਹ ਜਿਵਾਉਣਾ ਚਾਹੇ ਤਾਂ ਸਵਾਸ ਕੀ ਚੀਜ਼ ਹੈ ਜੀ। ਬਿਨਾਂ ਸਾਹ ਵੀ ਉਹ ਪਰਮੇਸ਼ਰ ਜਵਾ ਸਕਦਾ ਹੈ ਜੀ। ਗੁਰੂ ਜੀ ਕਹਿੰਦੇ ਹਨ ਕਿ ਜਿਵੇਂ ਜਿਵੇਂ ਉਸ ਸੱਚੇ ਸਿਰਜਣਹਾਰ ਪਰਮੇਸ਼ਰ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਉਹ ਤਿਵੇਂ ਰੋਟੀ ਦੇ ਗਰਾਹ ਦੇ ਕੇ ਸਭ ਦੀ ਪਾਲਣਾ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਭਾਈ ਇਸ ਸੰਸਾਰ ਵਿੱਚ ਕਈ ਮਾਸ ਖੋਰੇ ਹਨ ਕਈ ਘਾਹ ਸਬਜ਼ੀ ਆਦਿ ਖਾਂਦੇ ਹਨ ਜੀ। ਕਈਆਂ ਨੂੰ 36 ਪ੍ਰਕਾਰ ਦੇ ਸੁੰਦਰ ਅਤੇ ਸੁਆਦਲੇ ਪਦਾਰਥ ਪ੍ਰਾਪਤ ਹੁੰਦੇ ਹਨ ਜੀ। ਕਈ ਮਿੱਟੀ ਵਿੱਚ ਰਹਿਣ ਵਾਲੇ ਸੱਪ ਆਦਿ ਜੀਵ ਮਿੱਟੀ ਖਾਂਦੇ ਹਨ ਜੀ। ਕਈ ਸਵਾਸਾਂ ਦੀ ਗਿਣਤੀ ਕਰਕੇ ਸਵਾਸ ਚੜ੍ਹਾਉਣ ਵਾਲੇ ਜੋਗੀ ਸਵਾਸਾਂ ਦੀ ਗਿਣਤੀ ਵਿੱਚ ਹੀ ਲੱਗੇ ਰਹਿੰਦੇ ਹਨ ਜੀ। ਪਰ ਇਹ ਸਭ ਦਾਤਾਂ ਦੇਣ ਵਾਲਾ ਦਾਤਾ ਸਿਰਜਣਹਾਰ ਸਦਾ ਜਿਉਂਦਾ ਰਹਿੰਦਾ ਹੈ ਜੀ। ਇਸ ਲਈ ਕੋਈ ਮਨੁੱਖ ਵੀ ਭੁੱਖਾ ਨਹੀਂ ਮਰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਸੰਸਾਰ ਤੋਂ ਉਹੀ ਮਨੁੱਖ ਵਿਸ਼ੇ ਵਿਕਾਰਾਂ ਵਿੱਚ ਠੱਗੇ ਜਾਂਦੇ ਹਨ
ਜਿਨ੍ਹਾਂ ਦੇ ਮਨ ਵਿੱਚ ਉਹ ਦਾਤਾ ਨਹੀਂ ਵਸਿਆ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਪੂਰੇ ਗੁਰੂ ਦੀ ਕਾਰ ਸੇਵਾ ਉਸ ਦੀ ਕਿਰਪਾ ਨਾਲ ਹੀ ਕਮਾਈ ਜਾਂਦੀ ਹੈ ਜੀ। ਇਸ ਲਈ ਗੁਰੂ ਦੀ ਦੱਸੀ ਹੋਈ ਮੱਤ ਦੁਆਰਾ ਆਪਣਾ ਆਪ ਗਵਾ ਕੇ ਉਸ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਿਆਉਣਾ ਚਾਹੀਦਾ ਹੈ ਜੀ। ਨਾਮ ਨੂੰ ਛੱਡ ਕੇ ਦੂਜੀ ਕਾਰ ਸੇਵਾ ਵਿੱਚ ਲੱਗ ਕੇ ਮਨੁੱਖਾ ਜਨਮ ਗਵਾ ਲਈਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਜੋ ਕੁਝ ਪਾਈਦਾ ਹੈ, ਖਾਈਦਾ ਹੈ, ਉਹ ਸਭ ਇੱਕ ਵੇਸਟ ਦੇ ਸਮਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਵਾਹਿਗੁਰੂ ਜੋ ਗੁਰੂ ਨੇ ਦਿੱਤਾ ਹੈ ਉਸ ਨੂੰ ਸਲਾਹ ਕੇ ਹੀ ਉਸ ਸੱਚ ਵਿੱਚ ਸਮਾਈਦਾ ਹੈ ਜੀ। ਸਤਿਗੁਰ ਨੂੰ ਸੇਵੇ ਬਿਨਾਂ ਸੁੱਖ ਵਿੱਚ ਨਿਵਾਸ ਨਹੀਂ ਹੁੰਦਾ ਜੀ। ਮੁੜ ਮੁੜ ਕੇ ਜੂਨੀਆਂ ਵਿੱਚ ਆਈਦਾ ਤੇ ਜਾਈਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦੁਨੀਆ ਖੋਟੀ ਰਾਸ ਹੈ ਅਤੇ ਕਈ ਮਨੁੱਖ ਇਸ ਵਿੱਚ ਲੱਗ ਕੇ ਕੂੜ ਹੀ ਕਮਾਉਂਦੇ ਹਨ ਜੀ। ਭਾਵ ਝੂਠ ਅਤੇ ਵਿਕਾਰਾਂ ਵਿੱਚ ਹੀ ਫਸੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸੱਚ ਸਦੀਵੀ ਸੱਤ ਖਰਾ ਹੈ। ਇਸ ਨੂੰ ਸਲਾਹ ਕੇ ਇੱਜ਼ਤ ਨਾਲ ਨਿੱਜ ਘਰ ਵਿੱਚ ਪਹੁੰਚ ਜਾਈਦਾ ਹੈ ਜੀ। ਭਾਵ ਆਪਣੇ ਹਰ ਮੂਲ ਨਾਲ ਜੁੜ ਜਾਈਦਾ ਹੈ ਜੀ, ਜੋ ਸੱਚ ਹੈ ਜੀ ਅਤੇ ਉਸ ਸਿਰਜਣਹਾਰ ਦਾ ਇੱਕ ਅੰਸ਼ ਹੈ ਜੀ। ਇਸ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਪੰਕਤੀਆਂ ਵਿੱਚ ਗੁਰੂ ਜੀ ਨੇ ਕਿਹਾ ਹੈ, ਜੇਤੇ ਜੀ ਜੀਵੇ ਲੈ ਸਾਹਾ, ਜਿਵਾਲੇ ਤਾਂ ਕਿਆ ਸਾਹ, ਜੇਤੇ ਜੀ ਜੀਵੇ ਲੈ ਸਾਹਾ, ਜਿਵਾਲੇ ਤਾਂ ਕਿਆ ਅਸਾ। ਜਿਤਨੇ ਵੀ ਜੀਵ ਜਗਤ ਵਿੱਚ ਆਉਂਦੇ ਜਾਂਦੇ ਹਨ, ਸਾਰੇ ਸਾਹ ਲੈ ਕੇ ਜੀਂਦੇ ਹਨ। ਉਦੋਂ ਤੱਕ ਜਿਉਂਦੇ ਹਨ ਜਦੋਂ ਤੱਕ ਉਹ ਸਾਹ ਲੈਂਦੇ ਹਨ। ਪਰ ਜੇ ਉਹ ਪਰਮੇਸ਼ਰ ਪਰਮਾਤਮਾ ਕਰਤਾ ਪੁਰਖ ਉਹਨਾਂ ਨੂੰ ਜਿਉਂਦਾ ਰੱਖਣਾ ਚਾਹੇ ਤਾਂ ਫਿਰ ਸਾਹਾਂ ਦੀ ਕੀ ਮੁਤਾਜੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, ਪੂਰੇ ਗੁਰ ਕੀ ਕਾਰ ਕਰਮ ਕਮਾਈਏ, ਗੁਰਮਤਿ ਆਪ ਗਵਾਏ ਨਾਮ ਧਿਆਈਏ। ਆਖਣ ਨੂੰ ਤਾਂ ਹਰ ਕੋਈ ਕਹਿੰਦਾ ਹੈ ਕਿ ਉਹ ਆਪਣੇ ਕੰਮਕਾਰ ਕਰਦਿਆਂ ਅਤੇ ਗੁਰਸ਼ਬਦ ਗੁਰਬਾਣੀ ਦੀ ਵੀ ਕਾਰ ਕਰਦਾ ਹੈ। ਪਰ ਸੱਚਾਈ ਇਹ ਹੈ ਕਿ ਉਸ ਦੇ ਨਾਲ ਨਾਲ ਜੇ ਪੂਰੇ ਭਾਗ ਹੋਣ ਤਾਂ ਹੀ ਗੁਰੂ ਦੀ ਕਿਰਪਾ ਹੁੰਦੀ ਹੈ ਜੀ। ਕਿਸੇ ਨੂੰ ਪੂਰੇ ਗੁਰ ਦੀ ਕਾਰ ਕਮਾਉਣ ਦਾ ਅਵਸਰ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਾਲਣ ਪੋਸਣ ਤੇ ਸੰਘਾਰਨ ਵਾਲੀਆਂ ਸਾਰੀਆਂ ਸ਼ਕਤੀਆਂ ਦਾ ਮਾਲਕ ਪਰਮੇਸ਼ਰ ਆਪ ਹੀ ਹੈ ਜੀ। ਉਸ ਦੀ ਕੁਦਰਤ ਵਿੱਚ ਭਾਂਤ ਭਾਂਤ ਦੇ ਜੀਵ ਹਨ ਅਤੇ ਉਹਨਾਂ ਦਾ ਆਹਾਰ ਵੀ ਭਾਂਤ ਭਾਂਤ ਹੈ ਜੀ। ਕਈ ਮਨੁੱਖ ਕਾਮ, ਕ੍ਰੋਧ, ਅਹੰਕਾਰ, ਵਿਕਾਰਾਂ ਵਿੱਚ ਲੱਗ ਕੇ ਲੁੱਟੇ ਜਾਂਦੇ ਹਨ ਜੀ। ਭਾਵ ਉਹ ਆਪਣੇ ਜੀਵਨ ਨੂੰ ਇਹਨਾਂ ਵਿਕਾਰਾਂ ਕਰਕੇ ਖੁਆਰ ਕਰ ਲੈਂਦੇ ਹਨ ਜੀ। ਉਹਨਾਂ ਦੇ ਪੱਲੇ ਜਾਂ ਉਹ ਗੁਰਬਾਣੀ ਗੁਰਸ਼ਬਦ ਸੱਚੇ ਨਾਮ ਨੂੰ ਕੁਛ ਨਹੀਂ ਸਮਝਦੇ ਜੀ। ਉਸ ਕਰਤਾ ਪੁਰਖ ਸਿਰਜਣਹਾਰ ਦੀ ਸੇਵਾ ਕਰਨੀ ਚਾਹੀਦੀ ਹੈ ਜੀ, ਜੋ ਸਭ ਨੂੰ ਲੋੜ ਅਨੁਸਾਰ ਰਿਜ਼ਕ ਪਹੁੰਚਾ ਰਿਹਾ ਹੈ ਜੀ। ਪਰ ਗੁਰੂ ਦੀ ਦੱਸੀ ਹੋਈ ਕਾਰ ਉਸ ਦੀ ਬਖਸ਼ਿਸ਼ ਨਾਲ ਹੀ ਕਮਾਈ ਜਾ ਸਕਦੀ ਹੈ ਜੀ। ਅਤੇ ਸੱਚਾ ਸੁੱਖ ਗੁਰਸ਼ਬਦ ਗੁਰਬਾਣੀ ਦੇ ਰਸਤੇ 'ਤੇ ਚੱਲ ਕੇ
ਤਾਂ ਹੀ ਪ੍ਰਾਪਤ ਹੁੰਦਾ ਹੈ ਜੀ। ਜੋ ਜਗਿਆਸੂ ਸੱਚੀ ਕਾਰ ਕਰਦਾ ਹੈ ਉਸ ਨੂੰ ਹੀ ਸੱਚ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਦੀ ਓਟ ਲੈ ਕੇ ਉਸ 'ਤੇ ਚੱਲਣਾ, ਸੱਚ ਕਮਾਉਣ ਨਾਲ ਹੀ ਮਨੁੱਖ ਦੇ ਜਨਮ ਮਰਨ ਦੇ ਗੇੜ ਵਿੱਚੋਂ ਬਚ ਸਕਦੇ ਹਨ ਜੀ। ਜਿਸ ਦੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਦਾ ਨਾਮ ਟਿਕ ਗਿਆ ਹੈ ਅਤੇ ਉਹ ਗੁਰਮਤ ਦੇ ਰਸਤੇ 'ਤੇ ਚੱਲਦੇ ਹਨ, ਨਿਰਸੰਦੇਹ ਉਸ ਮਨੁੱਖ ਦੀ ਕਰਨੀ ਵੀ ਸ਼੍ਰੇਸ਼ਟ ਹੋ ਗਈ ਹੈ ਜੀ। ਸੱਚੀ ਕਰਨੀ ਤੋਂ ਬਿਨਾਂ ਸਾਰੇ ਕਰਮ ਕਾਂਡ, ਪੂਜਾ ਆਦਿ ਪਖੰਡ ਰੂਪ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਬਾਣੀ ਰੱਬੀ ਸਿਫਤਾਂ ਦਾ ਭੰਡਾਰ ਹੈ ਜੀ। ਗੁਰਸ਼ਬਦ ਗੁਰਬਾਣੀ ਦਾ ਪਠਨ ਪਾਠਨ ਇੱਕ ਮਨ ਇੱਕ ਚਿੱਤ ਹੋ ਕੇ ਉਸ ਦੇ ਦੱਸੇ ਰਸਤੇ 'ਤੇ ਚੱਲ ਕੇ ਇਸ ਨਾਲ ਹੀ ਨਿਰੋਲ ਰੱਬੀ ਸਿਫਤ ਹੈ ਜੀ। ਰੱਬੀ ਸਿਫਤ ਹੀ ਸਤਿਗੁਰ ਸੱਚੇ ਪਾਤਸ਼ਾਹ ਅਤੇ ਸਿਰਜਣਹਾਰ ਪਰਮੇਸ਼ਰ ਨਾਲ ਸਾਂਝ ਪੈਦਾ ਕਰਨ ਵਾਲੀ ਸਭ ਤੋਂ ਉੱਤਮ ਕਾਰ ਹੈ ਜੀ। ਸੋ ਇਸ ਦਾ ਤੱਤ ਇਸ ਤਰ੍ਹਾਂ ਕਰੀਏ ਜੀ, ਬਾਕੀ ਹੀਲੇ ਵਸੀਲੇ ਸਭ ਵਿਖਾਵੇ ਦੇ ਹਨ ਜੀ। ਜੋ ਗੁਰੂ ਜੀ ਕਹਿੰਦੇ ਹਨ ਜੋ ਸਦੀਵੀ ਸਾਥ ਨਹੀਂ ਦਿੰਦੇ। ਗੁਰਮਤਿ ਸਿੱਖਿਆ ਦੁਆਰਾ ਆਪਣਾ ਆਪ ਗਵਾਏ ਬਿਨਾਂ, ਗੁਰਮਤ ਦੇ ਰਸਤੇ 'ਤੇ ਚੱਲਣ ਤੋਂ ਬਿਨਾਂ ਆਤਮਿਕ ਸੁੱਖ ਵਿੱਚ ਪ੍ਰਵੇਸ਼ ਨਹੀਂ ਹੁੰਦਾ ਜੀ। ਉਹ ਫਿਰ ਕੂੜ ਰਾਸ ਨਾਲ ਕੂੜ ਦਾ ਵਪਾਰ ਹੀ ਹੋਵੇਗਾ ਜੀ। ਬਿਕਾਜ਼ ਸਭ ਕੁਝ ਝੂਠਾ ਹੈ ਜੀ। ਗੁਰਬਾਣੀ ਦੀ ਓਟ ਆਸਰਾ ਲੈ ਕੇ ਜੋ ਮਨੁੱਖ ਸੱਚਾਈ ਦੇ ਮਾਰਗ 'ਤੇ ਚੱਲਦਾ ਹੈ ਉਸ ਉੱਤੇ ਕਿਰਪਾਲੂ ਸਿਰਜਣਹਾਰ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ ਜੀ। ਸੱਚੇ ਸਿਰਜਣਹਾਰ ਦੇ ਦਰਬਾਰ ਵਿੱਚ ਸੱਚ ਨਿਸ਼ਾਨ ਹਾਲੀ ਜਾ ਸਕੀਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।